न्यूज़ 18 ਦੇ ਮੰਚ ਤੇ ਬੋਲੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਕਿਹਾ ਸਾਡਾ ਮਕਸਦ ਪੰਜਾਬ ਨੂੰ ਕਰਜ਼ਾ ਮੁਕਤ ਕਰਨਾ ਮਹਿਲਾਵਾਂ ਨੂੰ 1000 ਰੁਪਏ ਦੇਣ ਸਣੇ ਹਰ ਗਾਰੰਟੀ ਕਰਾਂਗੇ ਪੂਰੀ। ਪੰਜਾਬ ਦੇ ਕਈ ਗਿਰਜਾ ਘਰਾਂ ਦੇ ਉੱਤੇ ਈਸਾਈ ਪ੍ਰਚਾਰਕਾਂ ਤੇ ਇਨਕਮ ਟੈਕਸ ਦੀ ਰੇਡ। ਚੰਡੀਗੜ੍ਹ ਕਪੂਰਥਲਾ ਤੇ ਜਲੰਧਰ ਦੇ ਵਿੱਚ ਖੰਗਾਲੇ ਜਾ ਰਹੇ ਦਸਤਾਵੇਜ਼ ਸੀਆਰਪੀਐਫ ਜਵਾਨਾਂ ਦੀ ਵੀ ਤੈਨਾਤੀ। ਸਾਬਕਾ ਡਿਪਟੀ ਸੀਐਮ ਓਪੀ ਸੋਨੀ ਤੇ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ। ਅੰਮ੍ਰਿਤਸਰ ਦੇ ਵਿੱਚ ਘਰ ਤੋਂ ਬਾਅਦ ਹੁਣ ਲਗਾਤਾਰ ਦੂਜੇ ਦਿਨ ਹੋਟਲ ਤੇ ਵੀ ਛਾਪਾ। ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਕਾਰਵਾਈ। ਪੰਜਾਬ ਦੇ ਵਿੱਚ ਕਰੀਬ 70,000 ਰਾਸ਼ਨ ਕਾਰਡ ਨਿਕਲੇ ਅਯੋਗ। ਜ਼ਿਆਦਾਤਰ ਅਯੋਗ ਲਾਭਪਾਤਰੀ ਨੇ ਰਸੂਖਵਾਨ। ਸਰਕਾਰ ਨੇ ਹੁਣ ਤੱਕ 40 ਲੱਖ ਦੇ ਵਿੱਚੋਂ ਕਰੀਬ 9.5 ਲੱਖ ਕਾਰਡਾਂ ਦੀ ਕੀਤੀ ਹੈ ਪੜਤਾਲ। ਮੁੱਖ ਮੰਤਰੀ ਮਾਨ ਦੀ ਸਾਊਥ ਵੈਸਟਰਨ ਕਮਾਂਡ ਦੇ ਚੀਫ ਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਭਿੰਡਰ ਦੇ ਨਾਲ ਮੁਲਾਕਾਤ। ਬਾਰਡਰ ਤੇ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਹੋਈ ਚਰਚਾ। ਮਾਨ ਸਰਕਾਰ ਦੇ ਮੁਰੀਦ ਹੋਏ ਵੈਸਟ ਇੰਡੀਜ਼ ਦੇ ਸਟਾਰ ਕ੍ਰਿਕਟਰ ਕ੍ਰਿਸ ਗੇਲ। ਕਿਹਾ 500 ਮੁਹੱਲਾ ਕਲੀਨਿਕ ਖੋਲਣਾ ਸ਼ਾਨਦਾਰ ਕੰਮ। ਜਲੰਧਰ ਪਹੁੰਚੇ ਸਨ ਕ੍ਰਿਸ ਗੇਲ। ਫਤਿਹਗੜ੍ਹ ਸਾਹਿਬ ਪੁਲਿਸ ਨੇ 5.3 ਲੀਟਰ ਨਸ਼ੀਲਾ ਪਦਾਰਥ ਫੜਿਆ। 4 ਮੁਲਜ਼ਮ ਕੀਤੇ ਗ੍ਰਿਫਤਾਰ। ਜੇਲ੍ਹ ਦੇ ਵਿੱਚੋਂ ਚਲਾਇਆ ਜਾ ਰਿਹਾ ਸੀ ਨੈਟਵਰਕ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ। ਫਰਕ ਤਾਂ ਪੈਂਦਾ ਦੇ ਵਿੱਚ ਜ਼ਿਕਰ ਅੱਜ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਜੋ ਕਿ ਆਰਮੀ ਦੇ ਜਵਾਨਾਂ ਦੇ ਲਈ ਦਿੱਤਾ ਗਿਆ ਹੈ। ਵਿਆਹ ਤੋਂ ਬਾਅਦ ਨਜਾਇਜ਼ ਸੰਬੰਧ ਰੱਖਣ ਵਾਲੇ ਫੌਜੀਆਂ ਦੇ ਉੱਤੇ ਫੌਜ ਹੁਣ ਆਪਣੇ ਹਿਸਾਬ ਦੇ ਨਾਲ ਕਾਰਵਾਈ ਕਰ ਸਕੇਗੀ। ਸੁਪਰੀਮ ਕੋਰਟ ਨੇ 2018 ਦੇ ਵਿੱਚ ਆਈਪੀਸੀ ਦੀ ਧਾਰਾ 497 ਦੇ ਉੱਤੇ ਇਤਿਹਾਸਿਕ ਫੈਸਲਾ ਦਿੱਤਾ ਸੀ। ਵਿਆਹ ਤੋਂ ਬਾਅਦ ਦੇ ਸੰਬੰਧਾਂ ਨੂੰ ਅਪਰਾਧ ਬਣਾਉਣ ਵਾਲੀ ਇਸ ਧਾਰਾ ਨੂੰ ਅਦਾਲਤ ਨੇ ਰੱਦ ਕਰ ਦਿੱਤਾ, ਜਿਸ ਤੋਂ ਬਾਅਦ ਵਿਆਹ ਤੋਂ ਬਾਅਦ ਕਿਸੇ ਦੂਜੇ ਨਾਲ ਸੰਬੰਧ ਬਣਾਉਣਾ ਜੁਰਮ ਨਹੀਂ ਰਹਿ ਗਿਆ ਸੀ। ਪਰ ਹੁਣ ਨਜਾਇਜ਼ ਸੰਬੰਧ ਰੱਖਣ ਵਾਲੇ ਫੌਜੀਆਂ ਦੇ ਉੱਤੇ ਫੌਜ ਨੂੰ ਆਪਣੇ ਹਿਸਾਬ ਦੇ ਨਾਲ ਕਾਰਵਾਈ ਦੀ ਛੋਟ ਦਿੱਤੀ ਗਈ ਹੈ। ਸੁਪਰੀਮ ਕੋਰਟ ਦਾ ਇਹ ਫੈਸਲਾ ਸਿਰਫ ਫੌਜ ਦੇ ਉੱਤੇ ਹੀ ਲਾਗੂ ਹੋਵੇਗਾ। ਹੁਣ ਫੌਜ ਆਪਣੇ ਹਿਸਾਬ ਦੇ ਨਾਲ ਨਜਾਇਜ਼ ਸੰਬੰਧ ਰੱਖਣ ਵਾਲੇ ਫੌਜੀਆਂ ਦੇ ਉੱਤੇ ਕਾਰਵਾਈ ਕਰ ਸਕਦੀ ਹੈ, ਜਦੋਂ ਕਿ ਆਮ ਨਾਗਰਿਕਾਂ ਦੇ ਉੱਤੇ ਕੋਰਟ ਦੇ ਇਸ ਫੈਸਲੇ ਦਾ ਕੋਈ ਅਸਰ ਨਹੀਂ ਹੋਵੇਗਾ। ਸੁਪਰੀਮ ਕੋਰਟ ਨੇ ਜਿਸ ਧਾਰਾ 497 ਨੂੰ ਹਟਾਇਆ ਸੀ, ਉਸ ਦੇ ਤਹਿਤ ਨਜਾਇਜ਼ ਸੰਬੰਧ ਬਣਾਉਣ ਵਾਲੇ ਪੁਰਸ਼ ਨੂੰ ਹੀ ਸਜ਼ਾ ਮਿਲਦੀ ਸੀ। ਮਹਿਲਾ ਇਸ ਦੇ ਵਿੱਚ ਦੋਸ਼ੀ ਨਹੀਂ ਮੰਨੀ ਜਾਂਦੀ ਸੀ। ਸੰਬੰਧਿਤ ਮਹਿਲਾ ਦੇ ਪਤੀ ਦੀ ਸ਼ਿਕਾਇਤ ਦੇ ਉੱਤੇ ਹੀ ਮਾਮਲਾ ਦਰਜ ਹੁੰਦਾ ਸੀ। ਤਾਂ ਜੇਕਰ ਅਜਿਹਾ ਕੋਈ ਸਬੰਧ ਰੱਖਿਆ ਜਾਂਦਾ ਕਿਸੇ ਫੌਜੀ ਦੇ ਵੱਲੋਂ ਤਾਂ ਉਸ ਦੇ ਉੱਤੇ ਐਕਸ਼ਨ ਹੋ ਸਕਦਾ ਹੈ। ਪਰ ਜੇਕਰ ਕੋਈ ਸਿਵਿਲੀਅਨ ਆਮ ਸ਼ਖਸ ਅਜਿਹਾ ਕਰਦਾ ਹੈ ਤਾਂ ਸੁਪਰੀਮ ਕੋਰਟ ਨੇ ਉਸ ਧਾਰਾ ਨੂੰ ਹਟਾ ਦਿੱਤਾ ਸੀ, ਯਾਨੀ ਕਿ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਸਕਦੀ। ਅੱਗੇ ਵਧਦਿਆਂ ਨਿਊਜ਼ 18 ਪੰਜਾਬ ਨੇ ਮੰਗਲਵਾਰ ਨੂੰ ਮੈਗਾ ਸ਼ੋ ਏਜੰਡਾ ਪੰਜਾਬ 2023 ਪ੍ਰਬੰਧਿਤ ਕੀਤਾ, ਜਿਸ ਦੇ ਵਿੱਚ ਪੰਜਾਬ ਸਰਕਾਰ ਦੀ ਕਰੀਬ ਅੱਧੀ ਕੈਬਨਿਟ ਪਹੁੰਚੀ। ਗੱਲ ਹੋਈ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਨਾਲ ਜੁੜੇ ਮੁੱਦਿਆਂ। ਮੌਕਾ ਵੱਡਾ ਸੀ ਤੇ ਨਿਊਜ਼ 18 ਨੇ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਦੇ ਨਾਲ-ਨਾਲ ਆਪਣੀ ਡਿਊਟੀ ਤੇ ਫਰਜ਼ ਨੂੰ ਵੀ ਤਵੱਜੋ ਦਿੱਤੀ। ਕੈਬਨਿਟ ਮੰਤਰੀਆਂ ਨੂੰ ਭਖਦੇ ਲੋਕ ਮੁੱਦਿਆਂ ਦੇ ਉੱਤੇ ਸਿੱਧੇ ਤੇ ਤਿੱਖੇ ਸਵਾਲ ਕੀਤੇ। ਸਵਾਲ ਤਿੱਖੇ ਸੀ, ਪਰ ਕੈਬਨਿਟ ਮੰਤਰੀਆਂ ਨੇ ਸਵਾਲਾਂ ਦਾ ਨਾ ਸਿਰਫ ਬਖੂਬੀ ਜਵਾਬ ਦਿੱਤਾ, ਸਗੋਂ ਪੰਜਾਬ ਨੂੰ ਲੈ ਕੇ ਵਿਜ਼ਨ ਵੀ ਸਾਫ਼ ਕੀਤਾ। ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਸਿਰ ਚੜੇ ਕਰਜ਼ੇ ਸਣੇ ਬਜਟ ਦਾ ਮੁੱਦਾ ਵੀ ਛੋਇਆ। ਮਾਫੀਆ ਖਤਮ ਹੋਣ ਦੇ ਨਾਲ ਪੰਜਾਬ ਦੇ ਖਜ਼ਾਨੇ ਦੇ ਅੰਦਰ ਪੈਸਾ ਆ ਰਿਹਾ ਔਰ ਲਗਭਗ 3000 ਕਰੋੜ ਤੋਂ ਉੱਤੇ ਦਾ ਇੱਕ ਵੱਡਾ ਵਾਧਾ ਇੱਕ ਨਵੀਂ ਐਕਸਾਈਜ਼ ਪਾਲਿਸੀ ਦੇ ਹੋਣ ਦੇ ਨਾਲ ਪੰਜਾਬ ਦੇ ਖਜ਼ਾਨੇ 'ਚ ਹੋਇਆ ਗਿਆ। ਜਦਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੜ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਜ਼ਨ ਨੂੰ ਦੁਹਰਾਇਆ ਅਤੇ ਰਿਸ਼ਵਤਖੋਰਾਂ ਭ੍ਰਿਸ਼ਟਾਚਾਰੀਆਂ ਨੂੰ ਨਿਊਜ਼ 18 ਦੇ ਮੰਚ ਤੋਂ ਸਿੱਧੀ ਚੇਤਾਵਨੀ ਵੀ ਦਿੱਤੀ। ਜਿਹੜਾ ਸਹੀ ਕੰਮ ਕਰੂਗਾ ਉਹਦੀ ਪਿੱਠ ਤੇ ਵੀ ਖੜਾਂਗੇ, ਜਿਹੜਾ ਗਲਤ ਕੰਮ ਕਰ, ਮੈਂ ਠੇਕੇਦਾਰਾਂ ਨੂੰ ਵੀ ਕਿਹਾ ਵੀ ਭਾਈ ਤੁਸੀਂ ਜੇ ਕੋਈ ਤੁਹਾਡੇ ਕੋਲੋਂ ਕੋਈ ਮਹਿਕਮੇ ਦਾ ਅਫਸਰ ਚਵਾਨੀ ਮੰਗਦਾ ਤੁਸੀਂ ਮੈਨੂੰ ਦੱਸੋ, ਉਹਨੂੰ ਸਿੱਧਾ ਕਿਵੇਂ ਕਰਨੋਂ, ਮੇਰਾ ਕੰਮ ਹੈ। ਜੇ ਕੋਈ ਨਹੀਂ ਸਹੀ ਲਾਊਗਾ ਤਾਂ ਪੁੱਠੇ ਟੰਗਾਂਗੇ। ਪਰ ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਸਵਾਲ ਜਵਾਬ ਚੱਲਦੇ ਰਹੇ। ਛੋਟੇ ਵੱਡੇ ਮੁੱਦੇ, ਉਹ ਸਵਾਲ ਜੋ ਜਨਤਾ ਦੇ ਨੇ ਕਿ ਜਿਨ੍ਹਾਂ ਨੂੰ ਕਰਨ ਜਾਂ ਨਾ ਕਰਨ ਦੇ ਨਾਲ ਫਰਕ ਤਾਂ ਪੈਂਦਾ ਹੈ। ਤਾਂ ਪੰਜਾਬ ਕੈਬਨਿਟ ਤੋਂ ਸਵਾਲਾਂ ਦਾ ਸਿਲਸਿਲਾ ਜਾਰੀ ਸੀ। ਇਸ ਵਿਚਾਲੇ 3 ਅਹਿਮ ਮੁੱਦੇ ਸਿੱਖਿਆ, ਸਿਹਤ ਅਤੇ ਖੇਤੀ ਦੇ ਉੱਤੇ ਵੀ ਕੈਬਨਿਟ ਮੰਤਰੀਆਂ ਦੇ ਨਾਲ ਖੁੱਲ੍ਹ ਕੇ ਚਰਚਾ ਹੋਈ ਤੇ ਸਿੱਧੇ ਸਵਾਲ ਪੁੱਛੇ ਗਏ।
ਪਿਛਲੇ ਦਿਨੀ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਖੂਬ ਸਿਆਸਤ ਹੋਈ ਤਾਂ ਨਿਊਜ਼ 18 ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਸੱਦਾ ਦਿੱਤਾ ਤੇ ਪੁਰਾਣੀਆਂ ਡਿਸਪੈਂਸਰੀਆਂ ਤੇ ਨਵੀਂ ਕਲੀਨਿਕਸ ਦੇ ਉੱਤੇ तमाम ਸਵਾਲਾਤ ਕੀਤੇ। ਅਸੀਂ ਕੋਈ ਵੀ ਡਿਸਪੈਂਸਰੀ ਕੋਈ ਵੀ ਸੈਂਟਰ ਕੋਈ ਵੀ ਅਸੀਂ ਬੰਦ ਨਹੀਂ ਕਰ ਰਹੇ, ਡਾਊਨਗ੍ਰੇਡ ਨਹੀਂ ਕਰ ਰਹੇ। ਮੁਹੱਲਾ ਕਲੀਨਿਕ ਹੈ, ਇਟਸ ਅ ਨਿਊ ਸਿਸਟਮ। ਇਹਦੇ ਚ ਬਿਲਕੁਲ ਹੀ ਜਿਹੜਾ ਹੈਗਾ ਤੁਸੀਂ ਕਹ ਲਓ ਵੀ ਇਟਸ IT ਇਨੇਬਲਡ ਜੀ। ਉਹਦੇ ਚ ਜਿਹੜਾ ਸਾਰਾ ਹੈਗਾ ਸਾਰਾ ਪੇਪਰਲੈਸ ਹੈਗਾ ਔਰ ਰੀਅਲ ਟਾਈਮ ਡਾਟਾ ਉਹਦੇ ਚ ਜਿਹੜਾ ਜਨਰੇਟ ਹੁੰਦਾ ਹੈ। ਗੱਲ ਸਿਹਤ ਤੋਂ ਹੁੰਦੀ ਸਿੱਖਿਆ ਤੇ ਪਹੁੰਚੀ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਕੂਲ ਆਫ ਐਮੀਨੈਂਸ ਦਾ ਜ਼ਿਕਰ ਛੇੜਿਆ ਤੇ ਵਿਜ਼ਨ ਦਿੱਤਾ ਪੰਜਾਬ ਨੂੰ ਸਿੱਖਿਆ ਖੇਤਰ ਦੇ ਵਿੱਚ ਅਵਲ ਬਣਾਉਣ ਦਾ। ਟੈਲੈਂਟ ਹੈ ਪਰ ਸਿਰਫ ਇਸ ਕਰਕੇ ਕਿ ਉਹਦੇ ਮਾਪੇ ਦਿਹਾੜੀਦਾਰ ਨੇ, ਖੇਤ ਮਜ਼ਦੂਰ ਨੇ, ਉਹ ਸਾਰੇ ਬੱਚੇ ਲਿਆ ਕੇ ਸਕੂਲ ਆਫ ਐਮੀਨੈਂਸ ਤੇ ਉਹਨਾਂ ਨੂੰ ਵਰਲਡ ਕਲਾਸ ਸਿੱਖਿਆ ਦੇਣ। 365 ਸਕੂਲ ਐਦਾਂ ਦੇ ਨੇ ਇਸ ਵਕਤ ਮੌਜੂਦਾ ਜਿਨ੍ਹਾਂ ਨੂੰ ਮੈਂ ਟੋਟਲੀ ਤੋੜ ਕੇ ਨਵਾਂ ਬਣਾ ਰਿਹਾ। ਉੱਥੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਿੱਤ ਦੇ ਲੱਗਦੇ ਧਰਨਿਆਂ ਤੋਂ ਲੈ ਕੇ ਪੰਜਾਬ 'ਚ ਨਵੀਂ ਖੇਤੀ ਪਾਲਿਸੀ ਬਣਾਉਣ ਤੱਕ ਖੇਤੀ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਸਾਨਾਂ ਦੇ ਨਾਲ ਸਿੱਧਾ ਰਾਬਤਾ ਬਣਾਉਣ ਦਾ ਐਲਾਨ ਕੀਤਾ। ਪਾਲਿਸੀ ਇਹੀ ਲੈ ਕੇ ਆ ਰਹੇ ਹਾਂ ਕਿ ਪੰਜਾਬ ਦੇ ਵਾਤਾਵਰਣ ਦੇ ਹਿਸਾਬ ਨਾਲ, ਪੰਜਾਬ ਦੀ ਭੂਗੋਲਿਕ ਸਥਿਤੀ ਦੇ ਹਿਸਾਬ ਨਾਲ ਕਿਹੜੀਆਂ ਫਸਲਾਂ ਬੀਜੀਆਂ ਜਾਣ ਜਿਹਦੇ ਨਾਲ ਖੇਤ ਜਿਹੜਾ ਧੰਦਾ ਬਣ ਸਕੇ, ਲਾਹੇਵੰਦ ਧੰਦਾ ਹੋ ਸਕੇ। ਤਾਂ ਸ਼ਾਮ ਹੁੰਦਿਆਂ ਏਜੰਡਾ ਪੰਜਾਬ 2023 ਸਮਾਪਤ ਹੋਇਆ। ਪੰਜਾਬ ਕੈਬਨਿਟ ਮੁੜ ਆਪਣੇ ਦਫ਼ਤਰਾਂ 'ਚ ਜਾ ਬੈਠੀ ਪਰ ਨਿਊਜ਼ 18 ਦੇ ਸਵਾਲ ਨਾ ਕਦੇ ਰੁਕੇ ਸਨ ਨਾ ਰੁਕਣਗੇ। ਸਵਾਲਾਂ ਤੇ ਜਵਾਬ ਲੈਣ ਦਾ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਲਾਜ਼ਮੀ ਤੌਰ ਤੇ ਜਾਰੀ ਰਹੇਗਾ ਕਿਉਂਕਿ ਸਾਡੀ ਜਵਾਬਦੇਹੀ ਆਪਣੇ ਦਰਸ਼ਕਾਂ ਪੰਜਾਬ ਦੇ ਲੋਕਾਂ ਦੇ ਪ੍ਰਤੀ ਹੈ। ਖੈਰ ਜਦੋਂ ਕੈਬਨਿਟ ਦੇ ਮੰਤਰੀ ਪਹੁੰਚਣ ਤੇ ਸਿੱਧੇ ਲੋਕਾਂ ਦੇ ਨਾਲ ਜੁੜੇ ਸਵਾਲ ਪੁੱਛੇ ਜਾਣ ਫਿਰ ਫਰਕ ਤਾਂ ਪੈਂਦਾ ਹੈ। ਉਧਰ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਸਣੇ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਚਰਚ ਅਤੇ ਪਾਦਰੀਆਂ ਦੇ ਉੱਤੇ ਇਨਕਮ ਟੈਕਸ ਮਹਿਕਮੇ ਨੇ ਛਾਪੇਮਾਰੀ ਕੀਤੀ ਤੇ ਕਪੂਰਥਲਾ ਦੀ ਓਪਨ ਡੋਰ ਚਰਚ ਖੋਜੇਵਾਲ ਦੇ ਵਿੱਚ IT ਟੀਮ ਨੇ ਸਵੇਰੇ 6 ਵਜੇ ਦਬਿਸ਼ ਦਿੱਤੀ। ਚਰਚ ਦੇ ਪ੍ਰਬੰਧਕਾਂ ਤੇ ਮੁਲਾਜ਼ਮਾਂ ਤੋਂ ਵਿਦੇਸ਼ਾਂ 'ਚੋਂ ਮਿਲਣ ਵਾਲੀ ਫੰਡਿੰਗ ਦਾ ਵੇਰਵਾ ਮੰਗਿਆ ਗਿਆ। ਟੀਮ ਨੇ ਦਸਤਾਵੇਜ਼ ਤਾਂ ਖੰਗਾਲੇ ਹੀ ਨਾਲ ਹੀ ਸਥਾਨਕ ਪੁਲਿਸ ਦੀ ਮਦਦ ਦੇ ਨਾਲ ਸੁਰੱਖਿਆ ਘੇਰਾ ਵੀ ਤਿਆਰ ਕੀਤਾ ਗਿਆ ਸੀ ਤੇ ਖੋਜੇਵਾਲ ਚਰਚ ਦੇ ਪਾਦਰੀ ਹਰਪ੍ਰੀਤ ਦਿਓਲ ਦੇ ਘਰ ਵੀ ਛਾਪਾ ਵੱਜਿਆ, ਜਦਕਿ ਜਲੰਧਰ ਦੇ ਤਾਜਪੁਰ ਚਰਚ ਦੇ ਪਾਸਟਰ ਬਰਜਿੰਦਰ ਸਿੰਘ ਦੇ ਘਰ ਵੀ IT ਟੀਮ ਨੇ ਰੇਡ ਕੀਤੀ। ਜਦਕਿ ਪੰਜਾਬ 'ਚ ਕ੍ਰਿਸਚੀਅਨ ਭਾਈਚਾਰੇ ਦੇ ਨਾਲ ਜੁੜੀਆਂ ਜਥੇਬੰਦੀਆਂ ਨੇ ਕਾਰਵਾਈ ਦੇ ਪਿੱਛੇ ਕੇਂਦਰ ਸਰਕਾਰ ਦਾ ਹੱਥ ਦੱਸਿਆ। ਲਗਭਗ 1 ਸਾਲ ਤੋਂ ਈਸਾਈ ਭਾਈਚਾਰੇ ਨੂੰ ਧਰਮ ਪਰਿਵਰਤਨ ਦੇ ਨਾਮ ਦੇ ਉੱਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਸਾਰਾ ਕੁਝ ਸੋਚੀ ਸਮਝੀ ਸਾਜ਼ਿਸ਼ ਤੇ ਸਿਆਸਤ ਤੋਂ ਪ੍ਰੇਰਿਤ ਹੈ। ਅੱਜ ਦਾ ਜਿੰਨਾ ਵੀ ਰੇਡ ਹੋਈ ਆ, ਮਸੀਹ ਭਾਈਚਾਰਾ ਜਿਹੜਾ ਇਹ ਮਹਿਸੂਸ ਕਰ ਰਿਹਾ ਵਾ ਕਿ ਸਾਡੇ ਨਾਲ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਧੱਕਾ ਹੋ ਰਿਹਾ ਵਾ। ਉਧਰ ਚੰਡੀਗੜ੍ਹ ਦੇ ਮੁੱਲਾਪੁਰ ਦੇ ਵਿੱਚ ਵੀ ਪਾਸਟਰ ਬਜਿੰਦਰ ਸਿੰਘ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ, ਜਿੱਥੇ ਇਨਕਮ ਟੈਕਸ ਮਹਿਕਮੇ ਦੀ ਟੀਮ ਨੇ ਕਈ ਜ਼ਰੂਰੀ ਦਸਤਾਵੇਜ਼ ਜ਼ਬਤ ਕੀਤੇ। ਅੱਗੇ ਵਧਦੇ ਤੇ ਖਬਰ ਫਤਿਹਗੜ੍ਹ ਸਾਹਿਬ ਤੋਂ। ਫਤਿਹਗੜ੍ਹ ਸਾਹਿਬ ਪੁਲਿਸ ਨੇ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕੀਤਾ ਤੇ 4 ਮੁਲਜ਼ਮਾਂ ਨੂੰ ਨਸ਼ੇ ਦੀ ਵੱਡੀ ਖੇਪ ਸਣੇ ਗ੍ਰਿਫਤਾਰ ਵੀ ਕੀਤਾ ਤੇ ਨਸ਼ੇ ਦਾ ਨੈਟਵਰਕ ਜੇਲ੍ਹ ਦੇ ਵਿੱਚੋਂ ਚਲਾਇਆ ਜਾ ਰਿਹਾ ਸੀ ਤੇ ਇਹ ਸਾਰੀ ਖੇਡ ਦੀ ਯੋਜਨਾ ਮੋਬਾਈਲ ਦੇ ਉੱਤੇ ਬਣਦੀ ਸੀ। ਪੁਲਿਸ ਨੇ ਮੁਲਜ਼ਮਾਂ ਦੇ ਕੋਲੋਂ 5,31,000 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ। ਮੋਬਾਈਲ ਦੇ ਥਰੂ ਸਾਰਾ ਨੈਟਵਰਕਿੰਗ ਹੋ ਰਿਹਾ ਸੀ ਜੇਲ੍ਹ ਦੇ ਵਿੱਚ। ਉਹ ਮੋਬਾਈਲ ਵੀ ਰਿਕਵਰ ਕਰਾਉਣ ਦੇ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਕਾਮਯਾਬ ਹੋਈ। ਟੋਟਲ 5,31,900 ਦੇ ਕਰੀਬ ਕੈਪਸੂਲ ਤੇ ਗੋਲੀਆਂ ਫੜੀਆਂ ਨੇ। ਮਾਮਲੇ ਦੀ ਸ਼ੁਰੂਆਤ ਗੋਬਿੰਦਗੜ੍ਹ ਤੋਂ ਹੋਈ, ਜਿੱਥੇ ਪੁਲਿਸ ਨੇ ਨਸ਼ੇ ਦੇ ਨਾਲ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ, ਜਿਸ ਦੀ ਨਿਸ਼ਾਨਦੇਹੀ ਦੇ ਉੱਤੇ ਬਾਕੀ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਪ੍ਰੋਡਕਸ਼ਨ ਬੌਂਡ ਤੇ ਲੈ ਕੇ ਆਂਦਾ ਇੱਕ ਇਸ਼ਾਨ ਤੇ ਰਵੀ, ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜਾ ਰਣਜੀਤ ਏਲੀਅਸ ਰਵੀ ਨੋਮੀਨੇਟ ਕਰਕੇ ਉਹਨੂੰ ਅਰੈਸਟ ਕੀਤਾ ਗਿਆ। ਉਹਦੀ ਨਿਸ਼ਾਨਦੇਹੀ ਦੇ ਉੱਤੇ ਇੱਕ ਵੱਡਾ ਗਡਾਊਨ ਜਿਹੜਾ ਸ਼ਿਮਲਾਪੁਰੀ ਏਰੀਆ ਦੇ ਵਿੱਚ ਲੁਧਿਆਣੇ ਦੇ ਵਿੱਚ ਉਹ ਸੀਜ਼ ਕੀਤਾ ਗਿਆ ਔਰ ਉੱਥੋਂ ਰਿਕਵਰੀ ਹੋਈ ਐਡੀ ਵੱਡੀ। ਇਹ ਨਸ਼ੇ ਦੀ ਖੇਪ ਬਰਾਮਦ ਹੋਣ ਦਾ ਇਹ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ ਜੁਲਾਈ 2022 ਦੇ ਵਿੱਚ ਯੂਪੀ ਦੇ ਵਿੱਚ ਪੁਲਿਸ ਨੇ 6,84,000 ਜਦਕਿ ਸੋਨੀਪਤ ਦੇ ਵਿੱਚੋਂ 2,37,000 ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਤਾਂ ਇਸ ਸਮੇਂ ਪੁਲਿਸ ਦੇ ਸਾਹਮਣੇ ਚੁਣੌਤੀ ਚਿੱਟੇ ਦੇ ਨਾਲ ਇਹ ਮੈਡੀਕਲ ਨਸ਼ਾ ਵੀ ਹੈ, ਜਿਹੜੀਆਂ ਨਸ਼ੀਲੀਆਂ ਗੋਲੀਆਂ ਦਾ ਇਸਤੇਮਾਲ ਨਸ਼ੇੜੀ ਕਰਦੇ ਨੇ। ਖੈਰ ਜਦੋਂ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਜਾਣ, ਬਾਰ-ਬਾਰ ਬਰਾਮਦ ਹੋਣ, ਇਹ ਦੱਸਦਾ ਹੈ ਕਿ ਵੱਡਾ ਚੈਲੰਜ ਵੀ ਹੈ। ਤੇ ਦੂਜੇ ਪਾਸੇ ਇਸ ਪੂਰੇ ਨੈਕਸਸ ਨੂੰ ਫਰਕ ਤਾਂ ਪੈਂਦਾ ਹੈ।
ਉਧਰ ਜਗਰਾਉਂ ਦੇ ਬਾਰਦਕੇ ਦੇ ਵਿੱਚ ਹੋਏ ਕਤਲकांड ਦਾ ਮੁੱਖ ਸ਼ੂਟਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸ਼ੂਟਰ ਅਭਿਨਵ ਅਭੀ ਅੱਤਵਾਦੀ ਅਰਸ਼ ਡਾਲਾ ਦਾ ਸਾਥੀ ਹੈ ਤੇ ਪੁਲਿਸ ਜਦੋਂ ਸ਼ੂਟਰ ਅਭਿਨਵ ਨੂੰ ਕਾਬੂ ਕਰਨ ਪਹੁੰਚੀ ਤਾਂ ਸ਼ੂਟਰ ਨੇ ਪੁਲਿਸ ਦੇ ਕੋਲੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਕੰਧ ਟੱਪਣ ਦੀ ਕੋਸ਼ਿਸ਼ ਦੇ ਵਿੱਚ ਉਸ ਦੀ ਲੱਤ ਟੁੱਟ ਗਈ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਹ ਸਾਡੇ ਕੋਲੇ ਇਨਸ਼ਾਫ ਕੀਤਾ, ਮੰਨਿਆ, ਦੱਸਿਆ ਕਿ ਇਹਦੇ ਕੋਈ ਬਈ 32 ਬੋਰ ਦਾ ਦੇਸੀ ਪਿਸਤੌਲ ਜਿਹੜਾ ਖਾੜਾ ਰੈਕੋਟ ਰੋਡ ਪੈਂਦਾ ਜਗਰਾਉਂ ਟੂ ਰੈਕੋਟ ਰੋਡ ਉੱਤੇ ਖਾੜੇ ਵਾਲੀ ਨਹਿਰ ਕੋਲ ਪੈਂਦਾ, ਉਹਦੇ ਸੱਜੇ ਪਾਸੇ ਨਹਿਰੀ ਰੈਸਟ ਹਾਊਸ ਦੇ ਪੁਰਾਣੇ ਖੰਡਰ ਨੇ, ਉਹਦੇ ਵਿੱਚ ਇਹਨੇ ਲੁਕਾ ਛਿਪਾ ਕੇ ਰੱਖਿਆ ਵਾ। ਪੁਲਿਸ ਨੇ ਗੈਂਗਸਟਰ ਅਭਿਨਵ ਦੇ ਕੋਲੋਂ 32 ਬੋਰ ਦੀ ਪਿਸਤੌਲ ਤੇ ਇੱਕ ਮੈਗਜ਼ੀਨ ਸਣੇ ਕੁਝ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। ਸ਼ੂਟਰ ਅਭਿਨਵ ਨੇ ਬਾਰਦਕੇ ਦੇ ਵਿੱਚ ਕਤਲ ਕਰਨ ਤੋਂ ਬਾਅਦ ਅਸਲਾ ਜਗਰਾਉਂ ਨੇੜੇ ਅਖਾੜੇ ਵਾਲੀ ਨਹਿਰ ਦੇ ਕੋਲ ਲੁਕਾ ਦਿੱਤਾ ਸੀ, ਜਿਸ ਦੀ ਨਿਸ਼ਾਨਦੇਹੀ ਬਾਰੇ ਉਸਨੇ ਪੁੱਛਗਿੱਛ ਦੌਰਾਨ ਦੱਸਿਆ। ਮੁਲਾਜ਼ਮ ਨੂੰ ਸਾਡੇ ਨੂੰ ਧੱਕਾ ਮਾਰ ਕੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਇਹਦੀ ਜੋ ਟੱਪਣ ਲੱਗਿਆ ਕੰਧ ਤੇ ਉੱਥੇ ਦੇ ਸੱਟ ਲੱਗ ਗਈ। ਚਲੋ ਸੱਟ ਉਹਦੇ ਵਾਸਤੇ ਅਸੀਂ ਇਹਨੂੰ ਹਸਪਤਾਲ ਦਾਖਲ ਕਰਵਾਇਆ, ਇਹਦਾ ਇਲਾਜ ਅਸੀਂ ਕਰਵਾਵਾਂਗੇ। 4 ਜਨਵਰੀ ਨੂੰ ਪਿੰਡ ਬਾਰਦਕੇ ਦੇ ਵਿੱਚ ਬਿਜਲੀ ਮਕੈਨਿਕ ਪਰਮਜੀਤ ਸਿੰਘ ਦਾ 3 ਗੈਂਗਸਟਰਾਂ ਨੇ ਘਰ ਦੇ ਵਿੱਚ ਵੜ ਕੇ ਕਤਲ ਕਰ ਦਿੱਤਾ ਸੀ, ਜਿਸ ਦੀ ਜ਼ਿੰਮੇਵਾਰੀ ਅਰਸ਼ ਡਾਲਾ ਨੇ ਲਈ ਸੀ। ਫਿਲਹਾਲ ਪੁਲਿਸ ਨੇ ਬਾਕੀ 2 ਸ਼ੂਟਰਾਂ ਰਾਧਾ ਬੰਬ ਤੇ ਤੇਜਵੀਰ ਸਿੰਘ ਨੂੰ ਵੀ ਜਲਦ ਫੜਨ ਦਾ ਦਾਅਵਾ ਕੀਤਾ। ਤਾਂ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ ਤੇ ਇਸ ਐਕਸ਼ਨ ਦੇ ਵਿਚਾਲੇ ਇਹ ਗੈਂਗਸਟਰ ਅਭਿਨਵ ਜੋ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਭੱਜਣ ਦੇ ਚੱਕਰ ਦੇ ਵਿੱਚ ਲੱਤ ਤੁੜਾ ਕੇ ਵੀਲ ਚੇਅਰ ਦੇ ਉੱਤੇ ਪਹੁੰਚ ਚੁੱਕਿਆ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਪਠਾਨਕੋਟ ਦੇ ਭਦਰੋਆ ਵਾਸੀ ਨਸ਼ੇ ਨੂੰ ਲੈ ਕੇ ਬੇहद ਪਰੇਸ਼ਾਨ ਨੇ। ਨਿਊਜ਼ 18 ਦੀ ਟੀਮ ਨੂੰ ਖੁਦ ਨਸ਼ੇੜੀਆਂ ਦੇ ਅੱਡੇ ਦੇ ਉੱਤੇ ਲੈ ਕੇ ਲੋਕ ਪਹੁੰਚੇ ਤੇ ਨਸ਼ੇੜੀਆਂ ਦਾ ਸਭ ਤੋਂ ਪਸੰਦੀਦਾ ਟਿਕਾਣਾ ਹੈ ਚੱਕੀ ਖੱਡ ਦੇ ਵਿੱਚ ਬਣੀਆਂ ਗੁਫਾਵਾਂ, ਜਿੱਥੇ ਨਸ਼ੇ ਕਰਨ ਦਾ ਸਮਾਨ ਤੇ ਕੁਝ ਨਸ਼ੀਲੇ ਪਦਾਰਥ ਟੀਮ ਦੇ ਹੱਥ ਲੱਗੇ ਤੇ ਕੁਝ ਨਸ਼ੇੜੀ ਵੀ ਨਿਊਜ਼ 18 ਦੇ ਕੈਮਰੇ 'ਚ ਕੈਦ ਹੋਏ, ਜੋ ਕੈਮਰਾ ਦੇਖ ਕੇ ਮੌਕੇ ਤੋਂ ਫਰਾਰ ਹੋ ਗਏ। ਉੱਥੇ ਹੀ ਸਮਾਜ ਸੇਵਿਕਾ ਸੁਦੇਸ਼ ਠਾਕੁਰ ਨੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਚੁੱਕੇ ਨੇ। ਚੌਂਕ 'ਚ ਚੋਰੀ ਕਰਦੇ ਆ, ਰੋਡਾਂ 'ਚ ਚੋਰੀ ਕਰਕੇ ਸਿੱਧੇ ਇੱਥੇ ਨਸ਼ਾ ਲੈ ਕੇ ਪਾਰ ਵੇਚ ਕੇ ਮੋਬਾਈਲ ਇੱਥੇ ਨਸ਼ਾ ਲਿਆ ਕੇ ਤੇ ਇੱਥੇ ਨਸ਼ਾ ਪੀਂਦੇ ਇਸ ਗੁਫਾ ਦੇ ਵਿੱਚ। ਜੇ ਉੱਥੇ ਜਾ ਕੇ ਨਾਕਾ ਦੇਖਣੀ ਉੱਥੇ ਕੋਈ ਬੰਦਾ ਨਹੀਂ ਹੁੰਦਾ। ਸ਼ਾਮੀ ਵੇਲੇ ਤੁਸੀਂ ਨਾਕਾ ਲਾਉਂਦੇ, ਸ਼ਾਮੀ ਦਾ ਕੀ ਫਾਇਦਾ ਹੈਗਾ? ਜੋ ਕੰਮ ਆ ਦਿਨ 'ਚ ਹੋ ਜਾਂਦਾ ਉਹ ਦਿਨ 'ਚ ਹੀ ਹੁੰਦਾ। ਜਦਕਿ ਪੁਲਿਸ ਦਾ ਦਾਅਵਾ ਹੈ ਕਿ ਉਹਨਾਂ ਦੇ ਵੱਲੋਂ ਚੱਕੀ ਪੁਲ ਤੇ ਨਿਰੰਤਰ ਨਾਕੇ ਲਗਾਏ ਜਾਂਦੇ ਨੇ ਅਤੇ ਹੁਣ ਉਹ ਇਹਨਾਂ ਗੁਫਾਵਾਂ ਤੇ ਵੀ ਬਾਜ ਵਰਗੀ ਅੱਖ ਰੱਖਣਗੇ। ਜਿਹਦੇ ਪ੍ਰਤੀ ਜਿਹੜੀ ਵੀ ਸਾਡੀ ਬਹੁਤ ਸਖਤ ਕਾਰਵਾਈ ਅਸੀਂ ਕਰਦੇ ਹਾਂ ਤੇ ਰੈਗੂਲਰ ਸਾਡੀ ਜਿਹੜੀ ਹੈ ਉੱਥੇ ਨਾਕਾਬੰਦੀ ਹੋਈ ਵੀ ਹੈ ਚੱਕੀ ਪੁਲ ਤੇ, ਰੈਗੂਲਰ ਚੈਕਿੰਗ ਚੱਲਦੀ ਹੈ। ਜਿਹੜਾ ਵੀ ਇਦਾਂ ਦਾ ਕੰਮ ਕਰਦਾ ਹੈ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਊਗੀ। ਤੇ ਜੇਕਰ ਖਰੀਦਿਆ ਜਾ ਰਿਹਾ ਹੈ ਨਸ਼ਾ, ਜੇਕਰ ਖਰੀਦਿਆ ਜਾ ਰਿਹਾ ਹੈ, ਸੇਵਨ ਹੋ ਰਿਹਾ ਹੈ ਤਾਂ ਸਾਫ਼ ਹੈ ਕਿ ਨਸ਼ਾ ਵਿਕ ਰਿਹਾ ਹੈ। ਪਰ ਸਵਾਲ ਇਹ ਹੈ ਕਿ ਨਸ਼ਾ ਵੇਚ ਕੌਣ ਰਿਹਾ ਹੈ ਤੇ ਪੁਲਿਸ ਦੇ ਹੱਥ ਇਸ ਤਸਕਰ ਤੱਕ ਕਿਉਂ ਨਹੀਂ ਪਹੁੰਚ ਰਹੇ। ਸਵਾਲ ਤਾਂ ਇਹ ਵੀ ਹੈ ਜੋ ਲੋਕ ਵੀ ਜਾਣਨਾ ਚਾਹੁੰਦੇ ਨੇ ਕਿ ਇਹ ਚੇਨ ਜੋ ਬਣੀ ਹੋਈ ਹੈ ਨਸ਼ਾ ਖਰੀਦਣ ਵਾਲਾ, ਉਸ ਤੋਂ ਬਾਅਦ ਵੇਚਣ ਵਾਲਾ, ਫਿਰ ਉਸ ਤੋਂ ਬਾਅਦ ਵੱਡਾ ਕੋਈ ਅਜਿਹਾ ਜੋ ਅੱਗੇ ਨਸ਼ਾ ਸਪਲਾਈ ਕਰਦਾ ਹੈ, ਕਿ ਇਹ ਚੇਨ ਨੂੰ ਤੋੜਨ ਦੀ ਕੋਸ਼ਿਸ਼ ਪੁਲਿਸ ਕਿਉਂ ਨਹੀਂ ਕਰਦੀ। ਅੱਗੇ ਵਧਦੇ ਤੇ ਗੱਲ ਹੁਣ ਬਜਟ ਇਜਲਾਸ ਦੀ। ਕੇਂਦਰੀ ਬਜਟ ਇਜਲਾਸ ਦੀ ਸੰਸਦ ਦਾ ਬਜਟ ਇਜਲਾਸ ਸ਼ੁਰੂ ਹੋ ਚੁੱਕਾ ਹੈ। ਰਾਸ਼ਟਰਪਤੀ द्रौपदी मुर्मू ने पहली बार पार्लीमेंट के ज्वाइंट सैशन ਨੂੰ ਸੰਬੋਧਿਤ ਕੀਤਾ। ਰਾਸ਼ਟਰਪਤੀ ਨੇ ਆਪਣੇ 1 ਘੰਟੇ 2 ਮਿੰਟ ਤੱਕ ਚੱਲੇ ਅਭਿਭਾਸ਼ਣ ਦੇ ਵਿੱਚ ਕਿਹਾ ਕਿ ਭਾਰਤ ਦੇ ਵਿੱਚ ਮਜ਼ਬੂਤ ਇੱਛਾ ਸ਼ਕਤੀ ਵਾਲੀ ਸਰਕਾਰ ਹੈ। ਇਹ ਸਰਕਾਰ ਬਿਨਾਂ ਡਰੇ ਕੰਮ ਕਰ ਰਹੀ ਹੈ। ਇਸ ਦੇ ਲਈ ਉਹਨਾਂ ਨੇ ਸਰਜੀਕਲ ਸਟ੍ਰਾਈਕ, ਅੱਤਵਾਦ ਉੱਤੇ ਸਖਤੀ, ਆਰਟੀਕਲ 370 ਤੇ 3 ਤਲਾਕ ਦਾ ਹਵਾਲਾ ਵੀ ਦਿੱਤਾ। मेरी सरकार ने बिना किसी भेदभाव के हर वर्ग के लिए काम किया है। इजलास तो पहला प्रधानमंत्री मोदी ने भी कहा कि सदन ਦੇ ਵਿੱਚ ਤਕਰਾਰ ਤਾਂ ਹੋਵੇਗੀ ਹੀ, ਤਕਰੀਰ ਵੀ ਹੋਣੀ ਚਾਹੀਦੀ ਹੈ। ਵਿਰੋਧੀ ਧਿਰ ਪੂਰੀ ਤਰ੍ਹਾਂ ਤਿਆਰੀ ਦੇ ਨਾਲ ਆਇਆ ਹੈ। ਅਸੀਂ ਬਹੁਤ ਚੰਗੀ ਤਰ੍ਹਾਂ ਮੰਥਨ ਕਰਕੇ ਦੇਸ਼ ਦੇ ਲਈ ਅੰਮ੍ਰਿਤ ਕੱਢਾਂਗੇ। ਸਾਡੇ ਦੇਸ਼ ਦੇ ਬਜਟ ਦੇ ਉੱਤੇ ਦੁਨੀਆ ਦੀ ਨਜ਼ਰ ਹੈ। तकरार भी रहेगी लेकिन तकरीर भी तो होनी चाहिए और मुझे विश्वास है कि हमारे विपक्ष के सभी साथी बड़ी तैयारी के साथ बहुत बारीकी से अध्ययन करके सदन में अपनी बात रखेंगे। ਰਾਸ਼ਟਰਪਤੀ ਦੇ ਅਭਿਭਾਸ਼ਣ ਤੋਂ ਬਾਅਦ ਦੁਪਹਿਰ ਕਰੀਬ 1 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਦਨ ਦੇ ਵਿੱਚ ਇਕਨੋਮਿਕ ਸਰਵੇ ਪੇਸ਼ ਕੀਤਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੀ ਸੈਕੰਡ ਇਨਿੰਗ ਦਾ ਇਹ ਆਖਰੀ ਪੂਰਨ ਬਜਟ ਹੈ। 2014 ਤੋਂ ਹੁਣ ਤੱਕ ਮੋਦੀ ਸਰਕਾਰ ਕੋਲ 9 ਬਜਟ ਪੇਸ਼ ਕਰ ਚੁੱਕੀ ਹੈ। ਇਸ ਵਾਰ 10ਵਾਂ ਬਜਟ ਪੇਸ਼ ਹੋ ਰਿਹਾ ਹੈ।
ਤਾਂ ਬਜਟ ਦਾ ਇੰਤਜ਼ਾਰ ਹੈ। ਉਧਰ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਇਜਲਾਸ ਦੇ ਦੌਰਾਨ ਇਕਨੋਮਿਕ ਸਰਵੇ ਵੀ ਪੇਸ਼ ਕੀਤਾ। ਸਰਵੇ ਦੇ ਵਿੱਚ ਵਿੱਤ ਸਾਲ 2023-2024 ਦੇ ਲਈ ਜੀਡੀਪੀ ਗ੍ਰੋਥ ਰੇਟ 6.5 ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਪਿਛਲੇ 3 ਸਾਲ ਤੋਂ ਸਭ ਤੋਂ ਹੌਲੀ ਗ੍ਰੋਥ ਹੋਵੇਗੀ। ਉੱਥੇ ਨੋਮੀਨਲ ਜੀਡੀਪੀ ਦਾ ਅਨੁਮਾਨ 11% ਲਗਾਇਆ ਗਿਆ ਹੈ। ਫਾਈਨੈਂਸ਼ੀਅਲ ਈਅਰ 2023 ਦੇ ਲਈ ਰੀਅਲ ਜੀਡੀਪੀ ਅਨੁਮਾਨ 7% ਹੈ। Enhancing the potential of the economy to grow at a higher rate. It is not about the government doing things for the people, but also involving people in the process. Everybody is a participant in the development process. That is why it is Sabka Saath, Sabka Vikas. ਸਰਵੇ 'ਚ ਕਿਹਾ ਗਿਆ ਹੈ ਕਿ ਭਾਰਤ ਦੁਨੀਆ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਵਾਧਾ ਹੋਇਆ ਮੁੱਖ ਅਰਥਚਾਰਾ ਬਣੇਗਾ। ਸਰਵੇ ਦੇ ਮੁਤਾਬਿਕ ਪਰਚੇਜ਼ਿੰਗ ਪਾਵਰ ਪੈਰਿਟੀ ਦੇ ਮਾਮਲੇ ਦੇ ਵਿੱਚ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਹੈ ਅਤੇ ਐਕਸਚੇਂਜ ਰੇਟ ਦੇ ਮਾਮਲੇ ਦੇ ਵਿੱਚ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ। ਤਾਂ ਬਜਟ ਦਾ ਇੰਤਜ਼ਾਰ ਹੈ ਤੇ ਇਸ ਵਿਚਾਲੇ ਹੁਣ ਵਾਰੀ ਹੈ ਸਾਡੇ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ ਬਜਟ ਦੇ ਨਾਲ ਹੀ ਜੁੜਿਆ ਹੋਇਆ। ਅਸੀਂ ਪੁੱਛ ਰਹੇ ਹਾਂ, ਸਵਾਲ ਹੈ ਕਿ ਆਜ਼ਾਦ ਭਾਰਤ ਦਾ ਪਹਿਲਾ ਬਜਟ ਕਿਸ ਨੇ ਪੇਸ਼ ਕੀਤਾ ਸੀ? ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਸ ਤੋਂ ਬਾਅਦ ਪਹਿਲੀ ਵਾਰ ਪਾਰਲੀਮੈਂਟ ਦੇ ਵਿੱਚ ਕਿਸ ਨੇ ਬਜਟ ਪੜ੍ਹ ਕੇ ਸੁਣਾਇਆ, ਕਿਸ ਨੇ ਪੇਸ਼ ਕੀਤਾ? 4 ਆਪਸ਼ਨ A CD ਦੇਸ਼ਮੁਖ, B RK ਸਨਮੁਖਮ ਚੇਟੀ, ਆਪਸ਼ਨ C ਜਵਾਹਰ ਲਾਲ ਨਹਿਰੂ ਜਾਂ ਆਪਸ਼ਨ D ਜੌਨ ਮਥਾਈ। ਤਾਂ ਸਹੀ ਜਵਾਬ ਕੀ ਹੈ? ਪ੍ਰੋਗਰਾਮ ਦੇ ਦੌਰਾਨ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਆਖਿਰ ਕਿਹਨਾਂ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਸੀ ਪਹਿਲੀ ਵਾਰ ਆਜ਼ਾਦ ਭਾਰਤ ਦਾ। ਇੱਕ ਵੱਡੀ ਖਬਰ ਉਸ ਦਾ ਰੁਖ ਕਰਦੇ ਹਾਂ। ਆਰਮੀ ਅਫਸਰ ਤੇ ਮੁੱਖ ਮੰਤਰੀ ਦੇ ਵਿਚਾਲੇ ਮੁਲਾਕਾਤ ਹੋਈ ਹੈ ਤੇ ਕੁਝ ਤਸਵੀਰਾਂ ਵੀ ਇਸ ਮੁਲਾਕਾਤ ਦੀਆਂ ਸਾਹਮਣੇ ਆਈਆਂ। ਇਹ ਮੁਲਾਕਾਤ ਹੋਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਊਥ ਵੈਸਟਰਨ ਕਮਾਂਡ ਦੇ ਚੀਫ ਦੇ ਵਿਚਾਲੇ। ਸੀਐਮ ਮਾਨ ਦੀ ਅਮਰਦੀਪ ਸਿੰਘ ਭਿੰਡਰ ਦੇ ਨਾਲ ਇਹ ਮੀਟਿੰਗ ਹੋਈ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਔਰ ਕਾਬਿਲੇ ਗੌਰ ਹੈ ਕਿ ਇਸ ਮੁਲਾਕਾਤ ਦੇ ਵਿੱਚ, ਇਸ ਮੀਟਿੰਗ ਦੇ ਵਿੱਚ ਬਾਰਡਰ ਦੇ ਉੱਤੇ ਜੋ ਨਸ਼ੇ ਦੀ ਸਪਲਾਈ ਪਾਕਿਸਤਾਨ ਵਾਲੇ ਪਾਸੇ ਤੋਂ ਹੋ ਰਹੀ ਹੈ, ਉਸ ਨੂੰ ਕਿਵੇਂ ਰੋਕਿਆ ਜਾਵੇ, ਉਸ ਨੂੰ ਲੈ ਕੇ ਚਰਚਾ ਹੋਈ ਹੈ ਤੇ ਫੌਜ ਦੇ ਪ੍ਰਤੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਉੱਤੇ ਵੀ ਚਰਚਾ ਹੋਈ ਕਿ ਕਿਵੇਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਦੇਸ਼ ਦੀ ਆਰਮੀ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ, ਫੌਜ ਦੇ ਲਈ ਪ੍ਰੇਰਿਤ ਕੀਤਾ ਜਾ ਸਕੇ, ਉਸ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਦੌਰਾਨ ਚਰਚਾ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਮੁੱਦੇ ਚੁੱਕੇ, ਕਿਉਂਕਿ ਆਰਮੀ, ਫੌਜ, BSF ਦੇ ਜਿਹੜੇ ਵੱਡੇ ਅਧਿਕਾਰੀ ਨੇ ਉਹ ਜਾਣਦੇ ਨੇ, ਸਮਝਦੇ ਨੇ ਕਿ ਬਾਰਡਰ ਦੇ ਉੱਤੇ ਸਥਿਤੀ ਕਿਹੋ ਜਿਹੀ ਹੁੰਦੀ ਹੈ ਔਰ ਇਸ ਸਮੇਂ ਬਹੁਤ ਵੱਡੀ ਚੁਣੌਤੀ ਹੈ ਹਥਿਆਰਾਂ ਦੀ ਸਪਲਾਈ ਤੇ ਨਾਲ ਨਸ਼ੇ ਦੀ ਸਪਲਾਈ, ਕਿਉਂਕਿ ਪੰਜਾਬ ਇੰਟਰਨੈਸ਼ਨਲ ਬਾਰਡਰ ਪੰਜਾਬ ਨੂੰ ਲੱਗਦਾ ਹੈ ਪਾਕਿਸਤਾਨ ਦੇ ਨਾਲ। ਸਾਡੇ 6 ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਤੇ ਇਸ ਕਰਕੇ ਵੀ ਬਹੁਤ ਸੈਂਸਿਟਿਵ ਇਹ ਪੂਰਾ ਇਲਾਕਾ ਤੁਸੀਂ ਕਹਿ ਸਕਦੇ ਹੋ। ਇਸ ਵਿਚਾਲੇ ਖਬਰ ਇਹ ਵੀ ਹੈ ਕਿ ਸੂਬੇ ਦੇ ਰਾਜਪਾਲ ਵੀ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਉੱਤੇ ਅਗਲੇ ਕੁਝ ਦਿਨ ਰਹਿਣਗੇ। ਇਹ ਖਬਰ ਇਸ ਲਈ ਵੀ ਦੱਸਣੀ ਜ਼ਰੂਰੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਉਹ ਇੱਕ ਵਾਰੀ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਚੁੱਕੇ ਨੇ ਤਾਂ ਸਰਕਾਰ ਦੇ ਨੁਮਾਇੰਦੇ ਆ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ ਰਾਜਪਾਲ ਦੇ ਜੋ ਬਾਰਡਰ ਇਲਾਕੇ ਦੇ ਵਿੱਚ ਕੀਤੇ ਗਏ ਦੌਰਿਆਂ ਦੇ ਉੱਤੇ ਸਵਾਲ ਚੁੱਕੇ ਸਨ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਆਸਟ੍ਰੇਲੀਆ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਵੀ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ। ਬ੍ਰੈਂਪਟਨ ਸ਼ਹਿਰ ਦੇ ਗੌਰੀ ਸ਼ੰਕਰ ਮੰਦਿਰ ਦੀਆਂ ਦੀਵਾਰਾਂ ਦੇ ਉੱਤੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ। ਇਸ ਦੇ ਪਿੱਛੇ ਖਾਲਿਸਤਾਨੀ ਜਥੇਬੰਦੀ 6 ਫॉर ਜਸਟਿਸ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਉਧਰ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਭਾਰਤ ਦੇ ਕੌਂਸੂਲੇਟ ਆਫਿਸ ਨੇ ਇਸ ਦੀ ਕਰੜੀ ਨਿੰਦਾ ਕੀਤੀ। ਬ੍ਰੈਂਪਟਨ ਸ਼ਹਿਰ ਦੇ ਵਿੱਚ ਗੌਰੀ ਸ਼ੰਕਰ ਮੰਦਿਰ ਕੈਨੇਡਾ ਦੇ ਮਸ਼ਹੂਰ ਹਿੰਦੂ ਮੰਦਿਰਾਂ ਦੇ ਵਿੱਚੋਂ ਇੱਕ ਹੈ। ਇਹ ਮੰਦਿਰ ਵਰ੍ਹਿਆਂ ਤੋਂ ਹਿੰਦੂਆਂ ਦੀ ਆਸਥਾ ਤੇ ਸ਼ਰਧਾ ਦਾ ਪ੍ਰਤੀਕ ਰਿਹਾ ਹੈ। ਫਿਲਹਾਲ ਇਸ ਮਾਮਲੇ 'ਚ ਸਥਾਨਕ ਪੁਲਿਸ ਜਾਂਚ ਕਰ ਰਹੀ ਹੈ। ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਮੈਲਬਨ ਦੇ ਵਿੱਚ SFJ ਦੇ ਰੈਫਰੈਂਡਮ ਨੂੰ ਲੈ ਕੇ ਭਾਰਤੀ ਅਤੇ ਖਾਲਿਸਤਾਨੀ ਸਮਰਥਕ ਆਮੋ ਸਾਹਮਣੇ ਹੋ ਗਏ ਸਨ। ਮੈਲਬਨ ਦੇ ਫੈਡਰੇਸ਼ਨ ਸਕੁਆਇਰ ਦੇ ਉੱਤੇ SFJ ਨੇ ਰੈਫਰੈਂਡਮ ਦਾ ਪ੍ਰਬੰਧ ਕੀਤਾ ਸੀ। ਇੱਥੇ ਵੱਡੀ ਗਿਣਤੀ 'ਚ ਖਾਲਿਸਤਾਨੀ ਸਮਰਥਕ ਝੰਡੇ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ। ਇਸ ਦੌਰਾਨ 25-30 ਨੌਜਵਾਨਾਂ ਦਾ ਇੱਕ ਗਰੁੱਪ ਭਾਰਤ ਮਾਤਾ ਦੀ ਜੈ ਤੇ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਂਦਾ ਹੋਇਆ ਫੈਡਰੇਸ਼ਨ ਸਕੁਆਇਰ ਦੇ ਉੱਤੇ ਵਧਣ ਲੱਗਿਆ। ਇਹ ਨੌਜਵਾਨ ਹੱਥਾਂ ਦੇ ਵਿੱਚ ਤਿਰੰਗਾ ਲਏ ਹੋਏ ਸਨ। ਇਹਨਾਂ ਨੂੰ ਦੇਖ ਕੇ ਖਾਲਿਸਤਾਨੀ ਸਮਰਥਕਾਂ ਨੇ ਹਮਲਾ ਬੋਲ ਦਿੱਤਾ। ਭਾਰਤ ਵਿਰੋਧੀ ਨਾਅਰੇ ਲਗਾਉਂਦੇ ਹੋਏ ਹਮਲਾਵਰਾਂ ਨੇ ਨੌਜਵਾਨਾਂ ਦੇ ਉੱਤੇ ਲਾਠੀਆਂ ਨਾਲ ਵਾਰ ਕੀਤਾ ਸੀ।
ਤਾਂ ਇਹ ਚਿੰਤਾ ਵਾਲਾ ਮਸਲਾ ਤਾਂ ਜ਼ਰੂਰ ਹੈ, ਖਾਸ ਤੌਰ ਤੇ ਵਿਦੇਸ਼ ਦੇ ਵਿੱਚ ਜਿਹੜੇ ਭਾਰਤੀ ਵਸਦੇ ਨੇ, ਉਹ ਪੰਜਾਬ ਦੇ ਨੇ, ਦੇਸ਼ ਦੇ ਕਿਸੇ ਹੋਰ ਕੋਨੇ ਦੇ ਨੇ, ਤੇ ਜੇਕਰ ਅਜਿਹੀ ਸਥਿਤੀ ਬਣ ਰਹੀ ਹੈ ਤਾਂ ਉਹ ਚਿੰਤਾ ਵਾਲੀ ਗੱਲ ਜ਼ਰੂਰ ਹੈ। ਉਧਰ ਅੰਤਰਰਾਸ਼ਟਰੀ ਕ੍ਰਿਕਟਰ ਅਤੇ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਮਾਨ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ। ਕ੍ਰਿਸ ਗੇਲ ਜਲੰਧਰ ਦੀ ਸਪੋਰਟਸ ਮਾਰਕੀਟ ਦੇ ਵਿੱਚ ਪਹੁੰਚੇ ਸਨ। ਇੱਥੇ ਉਹ ਕ੍ਰਿਕਟ ਦਾ ਸਮਾਨ ਬਣਾਉਣ ਵਾਲੀ ਜਲੰਧਰ ਬੇਸਡ ਕੰਪਨੀ ਦੇ ਦਫ਼ਤਰ 'ਚ ਪਹੁੰਚੇ। ਕੰਪਨੀ ਪ੍ਰਬੰਧਕਾਂ ਦੇ ਨਾਲ ਸਥਾਨਕ ਵਿਧਾਇਕ ਸ਼ੀਤਲ ਅੰਗੁਰਾਲ ਨੇ ਉਹਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪੱਤਰਕਾਰਾਂ ਨੇ ਜਦੋਂ ਕ੍ਰਿਸ ਗੇਲ ਨੂੰ ਮੁਹੱਲਾ ਕਲੀਨਿਕ ਦੇ ਬਾਰੇ ਦੇ ਵਿੱਚ ਦੱਸਿਆ ਤਾਂ ਉਹਨਾਂ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ। From what I've gathered, Mr. Mann, he has done something fantastic by opening about 500 clinics, so that's something fantastic as well. We need more people like this with good heart, and to actually, spread these things around the world, because we see what's happening around the world right now. But that's a good gesture from Mr. Mann. ਉਧਰ ਕ੍ਰਿਸ ਗੇਲ ਦੇ ਬਿਆਨ ਦੇ ਉੱਤੇ ਅਕਾਲੀ ਦਲ ਨੇ ਤੰਜ਼ ਕੱਸਿਆ ਹੈ। ਜਿਹੜੇ ਕ੍ਰਿਕਟਰ ਨੇ ਕ੍ਰਿਸ ਗੇਲ, ਉਹਨਾਂ ਨੇ ਮੁਹੱਲਾ ਕਲੀਨਿਕ ਦੀ ਤਾਰੀਫ ਕੀਤੀ ਹੈ ਜਲੰਧਰ ਦੇ ਅੰਦਰ। ਕ੍ਰਿਸ ਗੇਲ ਸਾਹਿਬ ਨੂੰ ਕਹੋ ਜੀ ਕਿ ਉੱਥੇ ਇਲਾਜ ਉਹੀ ਕਰਾ ਲੈਣ ਜੀ। ਪੰਜਾਬੀਆਂ ਦਾ ਬੁਰਾ ਹਾਲ ਕਰਤਾ ਕੇਜਰੀਵਾਲ ਮਾਡਲ ਨੇ। ਕ੍ਰਿਸ ਗੇਲ ਪਹਿਲੀ ਵਾਰ ਜਲੰਧਰ ਆਏ ਸਨ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਤਮੰਨਾ ਸੀ ਕਿ ਉਹ ਇੱਕ ਵਾਰ ਸਪੋਰਟਸ ਨੂੰ ਸਮਰਪਿਤ ਸ਼ਹਿਰ ਨੂੰ ਜ਼ਰੂਰ ਦੇਖਣ। ਹੁਣ ਤੱਕ ਕ੍ਰਿਸ ਗੇਲ ਆਪਣੇ ਬੱਲੇ ਦੇ ਨਾਲ ਮਾਰੇ ਜਾਂਦੇ ਚੌਕੇ, ਖਾਸ ਤੌਰ ਤੇ ਛਿੱਕਿਆਂ ਨੂੰ ਲੈ ਕੇ ਖੂਬ ਚਰਚਾ ਦੇ ਵਿੱਚ ਰਹਿੰਦੇ ਸੀ, ਪਰ ਪੰਜਾਬ ਪਹੁੰਚੇ, ਜਲੰਧਰ ਆਏ, ਮੁਹੱਲਾ ਕਲੀਨਿਕ ਦਾ ਜ਼ਿਕਰ ਕਰ ਦਿੱਤਾ ਤੇ ਖੂਬ ਚਰਚਾ ਦੇ ਵਿੱਚ ਨੇ। ਖੈਰ, ਜਦੋਂ ਵਿਦੇਸ਼ੀ ਕੋਈ ਕ੍ਰਿਕਟਰ ਪੰਜਾਬ ਆਵੇ ਤੇ ਸ਼ਲਾਘਾ ਕਰੇ ਮੁਹੱਲਾ ਕਲੀਨਿਕ ਦੀ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਵੱਡੀ ਖਬਰ ਇੱਕ ਸਮੇਂ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਦੇ ਅਫਸਰਾਂ ਦੀ ਪ੍ਰਮੋਸ਼ਨ ਹੋਈ ਹੈ। ਤਾਂ ਖੁਸ਼ਖਬਰੀ ਉਹਨਾਂ ਆਫੀਸਰਸ ਦੇ ਲਈ ਜਿਨ੍ਹਾਂ ਨੂੰ ਪ੍ਰਮੋਟ ਕੀਤਾ ਗਿਆ ਆਈਜੀ ਤੋਂ ਏਡੀਜੀਪੀ, ਉਹ ਬਣ ਚੁੱਕੇ ਨੇ। 8 ਆਈਜੀਜ਼ ਦੀ ਤਰੱਕੀ ਕਰਕੇ ਉਹਨਾਂ ਨੂੰ ਏਡੀਜੀਪੀ ਬਣਾ ਦਿੱਤਾ ਗਿਆ ਹੈ। 2 ਡੀਆਈਜੀ ਦੀ ਆਈਜੀ ਰੈਂਕ ਦੇ ਪ੍ਰਮੋਸ਼ਨ ਹੋਈ ਹੈ। ਨਿਹਾਲ ਸਿੰਘ, ਅਰੁਣਪਾਲ ਸਿੰਘ ਏਡੀਜੀਪੀ ਬਣ ਗਏ ਨੇ। ਮੋਹਨੀਸ਼ ਚਾਵਲਾ, ਐਸਪੀਐਸ ਪਰਮਾਰ ਵੀ ਹੁਣ ਏਡੀਜੀਪੀ ਹੋਣਗੇ। ਤੇ ਨਾਲ ਹੀ ਗੁਰਪ੍ਰੀਤ ਸਿੰਘ ਭੁੱਲਰ ਦੀ ਆਈਜੀ ਰੈਂਕ ਤੇ ਪ੍ਰਮੋਸ਼ਨ ਹੋਈ ਹੈ। ਖੈਰ, ਪ੍ਰਮੋਸ਼ਨ ਹੋਈ ਹੈ ਵੱਡੇ ਅਫਸਰਾਂ ਦੀ, ਹੋਰ ਵੱਡੇ ਅਫੀਸਰ ਉਹ ਬਣ ਗਏ ਨੇ। ਤਾਂ ਪ੍ਰਮੋਸ਼ਨ ਜਿਨ੍ਹਾਂ ਦੀ ਡਿਊ ਹੋਵੇ ਉਹਨਾਂ ਨੂੰ ਮਿਲ ਜਾਏ, ਫਿਰ ਫਰਕ ਤਾਂ ਪੈਂਦਾ। ਅੱਗੇ ਵਧਦੇ ਤੇ ਹੁਣ ਗੱਲ 31 ਜਨਵਰੀ ਦੇ ਇਤਿਹਾਸ ਦੀ। 31 ਜਨਵਰੀ ਦਾ ਦਿਨ ਕੀ ਕੁਝ ਕਹਿੰਦਾ ਉਹ ਤੁਹਾਨੂੰ ਦੱਸਦੇ ਹਾਂ। 31 ਜਨਵਰੀ ਦੇ ਦਿਨ ਬ੍ਰਿਟਨ ਦੇ ਵਿੱਚ ਸੀਟ ਬੈਲਟ ਕਾਨੂੰਨ ਲਾਗੂ ਹੋਇਆ ਸੀ। ਮਤਲਬ ਕਿ ਜੇਕਰ ਤੁਸੀਂ ਗੱਡੀ ਚਲਾਉਂਦੇ ਹੋ ਤਾਂ ਫਿਰ ਸੀਟ ਬੈਲਟ ਲਗਾਉਣੀ ਜ਼ਰੂਰੀ ਹੈ। ਇਹ ਬ੍ਰਿਟਨ ਦੇ ਵਿੱਚ 31 ਜਨਵਰੀ ਦੇ ਦਿਨ ਹੀ ਇਹ ਕਾਨੂੰਨ ਲਾਗੂ ਹੋਇਆ। ਬ੍ਰਿਟਨ ਨੇ 31 ਜਨਵਰੀ 1983 ਦੇ ਵਿੱਚ ਸੀਟ ਬੈਲਟ ਸੰਬੰਧੀ ਕਾਨੂੰਨ ਲਿਆਂਦਾ ਅਤੇ ਭਾਰਤ ਦੇ ਵਿੱਚ ਪੂਰੇ 10 ਸਾਲ ਬਾਅਦ 1993 ਦੇ ਵਿੱਚ ਮੋਟਰ ਵਹੀਕਲ ਐਕਟ ਦੇ ਵਿੱਚ ਸੋਧ ਕੀਤੀ ਗਈ ਅਤੇ ਮਾਰਚ 1994 ਤੋਂ ਬਾਅਦ ਬਣਨ ਵਾਲੀਆਂ ਗੱਡੀਆਂ ਦੀ ਡਰਾਈਵਰ ਸੀਟ ਦੇ ਉੱਤੇ ਸੀਟ ਬੈਲਟ ਨੂੰ ਜ਼ਰੂਰੀ ਕਰ ਦਿੱਤਾ ਗਿਆ। ਫਿਰ ਸਾਲ 2003-2004 ਦੇ ਵਿੱਚ ਇਸ ਕਾਨੂੰਨ ਦੇ ਵਿੱਚ ਇੱਕ ਹੋਰ ਬਦਲਾਅ ਹੋਇਆ, ਯਾਨੀ ਸੋਧ ਹੋਈ ਅਤੇ ਸੀਟ ਬੈਲਟ ਸਾਰੀਆਂ ਸੀਟਾਂ ਦੇ ਲਈ ਜ਼ਰੂਰੀ ਕਰ ਦਿੱਤੀ ਗਈ, ਯਾਨੀ ਜੋ ਕਾਰ ਦੇ ਵਿੱਚ ਅੱਗੇ ਬੈਠਦੇ ਉਹਨਾਂ ਦੇ ਲਈ ਵੀ, ਜੋ ਪਿਛਲੀ ਸੀਟ ਦੇ ਉੱਤੇ ਬੈਠਦੇ ਨੇ ਉਹਨਾਂ ਦੇ ਲਈ ਵੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਰੀਆਂ ਸੀਟਾਂ ਦੇ ਉੱਤੇ ਬੈਲਟ ਬੰਨਣ ਦਾ ਜੋ ਤਜਵੀਜ਼ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਕਦੇ ਲਾਗੂ ਹੋ ਹੀ ਨਹੀਂ ਸਕੀ। ਹਾਲਾਂਕਿ ਇਸ ਨੂੰ ਲੈ ਕੇ ਗੱਲਾਂ ਕਈ ਵਾਰ ਜ਼ਰੂਰ ਹੁੰਦੀਆਂ ਰਹੀਆਂ। ਤਾਂ ਸੀਟ ਬੈਲਟ ਸਭ ਤੋਂ ਜ਼ਿਆਦਾ ਜ਼ਰੂਰੀ ਇਸ ਕਰਕੇ ਹੈ ਕਿ ਤੁਹਾਡੀ ਸੁਰੱਖਿਆ ਲਈ ਜ਼ਰੂਰੀ ਹੈ। ਸੀਟ ਬੈਲਟ ਨਹੀਂ ਲਗਾਓਗੇ ਤਾਂ ਚਲਾਨ ਬੇਸ਼ੱਕ ਹੁੰਦਾ ਹੈ, ਨਹੀਂ ਲਗਾਇਆ ਹੋਊਗੀ ਤਾਂ ਚਲਾਨ ਹੋ ਜਾਏਗਾ। 1000 2000 ਜਾਂ ਜਿੰਨਾ ਵੀ ਚਲਾਨ ਹੋਏਗਾ ਤੁਸੀਂ ਭਰ ਦੇਵੋਗੇ। ਪਰ ਜੇਕਰ ਖੁਦਾ ਨਾ ਖਾਸਤਾ ਕੋਈ ਹਾਦਸੇ ਦਾ ਸ਼ਿਕਾਰ ਗੱਡੀ ਹੁੰਦੀ ਹੈ, ਸੀਟ ਬੈਲਟ ਨਾ ਲੱਗੇ ਹੋਣ ਦੀ ਵਜ੍ਹਾ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਤਾਂ ਇਸ ਲਈ ਜ਼ਰੂਰੀ ਹੈ, ਕਿਉਂਕਿ ਸੀਟ ਬੈਲਟ ਲਗਾਉਣ ਦੇ ਨਾਲ ਵੀ ਫਰਕ ਤਾਂ ਪੈਂਦਾ। ਰੁਕ ਰਹੇ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦੇ ਲਈ, ਵਾਪਸ ਆਵਾਂਗੇ ਕੁਝ ਹੋਰ ਅਹਿਮ ਖਬਰਾਂ ਦੇ ਨਾਲ।